इस कोशिश विच बहुत सारे वीर लगे हैं, बड़े मनुख लगे हैं, बड़े ऐसे लोग लगे हैं जिन्हां ने अपना जीवन लगाया है। मैं उन्हां दे अगे नतमस्तक हाँ और असी समझण दी कोशिश करिए सतगुरु गुरु नानक पिता प्यारे सानू की बनाना चाहते हैं ते असी किस ओर जा रहे हैं। पहला मूल मंत्र नूं समझण ते विचारन दी कोशिश करिए, जिसनों शुरुआत वेले ही मैं आप जी दे सामने एक ओंकार तो गुर प्रसाद तक उचारण कीता है। इस बाणी विच सब तो पहला दी बाणी, इस बाणी तो पहला सब तो पहला बाणी मूल मंत्र दी है। जे ये असी विचार अपने अंदर परपक करिए कि गुरु ग्रंथ साहब विच सब तो पहली बाणी ही मूल मंत्र है ते दूसरी बाणी जप दी है, जिहदा सिरलेख सतगुरु पिता ने जप दिता है। जप दा मतलब है सिमरन, जप दा मतलब है चित्त विच चेते रखना, उसनू चेते रखना जिसने ये मनुखा जीवन दिता और इस संसार दे विच आउण दा मकसद सानू पता लग जाए ते असी सफलता दे नाल जी सकीए। इस मनुखा जीवन दी आउण दी मकसद नू समझ सकीए। बाणी सानू इसे दा संकेत और सतगुरु पिता दी इस कला विच इतनी महानता है कि इस नू चंगे सुचज्जे तरीके नाल समझण ते विचारन दी कोशिश करिए ते विचार के तुरंत दा असी हिया बना लईए, पक्का इरादा बना लईए। इस तरह जापेगा जिस तरह इस बाणी दे जीवन नू जीण वाला मनुख सच मुच दा देवता है और वो सारी मनुखता नू ये ऐसा जीवन देण वास्ते आया है। पहली बाणी जिहड़ी गुरु ग्रंथ साहब विच है, एक ओंकार तो लैके गुर प्रसाद तक अते जप, जिस दे विच 2 श्लोक अते 38 पौड़ियां हैं। इस तरह जापदा है जिस तरह एक एक पौड़ी जीवन दे उस शिखर तक अपणन दा साधन हैं, जिसनू गुरु ग्रंथ साहब दे अंदर 1430 अंकां दे विच भाव मेरे कहण दा एक ओंकार तो लैके तन मन थीवे हरिया तक दे विच जीवन दी शैली ढालण, हर पख, हर मजमून, हर एक उस जीवन दी बारीकी नू दसिया गया जिसनू नाम दे नाल सवार के इस मनुखता दा भला भी कर सके ते अपना जीवन दे विच भी भला कमा सके। हुण ये जिहड़ा मूल मंत्र है गुरु ग्रंथ साहब विच हर बाणी तो पहला, रागां तो पहला ते गुरु व्यक्ति दी बाणी तो पहला हर एक चीज दी शुरुआत तो पहला पूर्ण हिदायत नाल ये मूल मंत्र दा स्वरूप 567 वार संपूर्ण तौर ते 33 वार वरतिया गया है और शॉर्ट फॉर्म विच ये तकरीबन 534 वार वरतिया गया है। हुण इसका कारण की है, क्यों वरतिया गया?
ਇਸ ਦਾ ਕਾਰਨ ਇਹੀ ਸੀ ਕਿ ਕਿਸੇ ਵੀ ਬਾਣੀ, ਕਿਸੇ ਗੁਰੂ ਵਿਅਕਤੀ ਬਾਣੀ, ਕਿਸੇ ਭਗਤ ਦੀ ਬਾਣੀ, ਭਟਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ ਨੂੰ ਗਲਤ ਅਰਥ, ਗਲਤ ਸੈਂਸ ਵੱਲ ਨਾ ਲਿੱਤਾ ਜਾਏ। ਉਸ ਦੇ ਅਰਥ, ਉਸ ਦੇ ਵਿਚਾਰ ਕਿਸੇ ਹੋਰ ਵਿਚਾਰਧਾਰਾ ਦੇ ਨਾਲ ਜੋੜ ਕੇ ਨਾ ਦੇਖਿਆ ਜਾਏ। ਕਿਸੇ ਵੀ ਅਨਮਤੀ ਵਿਚਾਰ ਦੇ ਨਾਲ ਮਿਲਾਵਟ ਕਰਨ ਦੀ ਕੋਸ਼ਿਸ਼ ਕੋਈ ਨਾ ਕਰੇ। ਤੇ ਇਹ ਸਤਿਗੁਰੂ ਦੇ ਸੰਪੂਰਨ ਪੰਜਵੇਂ ਜਾਮੇ ਗੁਰੂ ਨਾਨਕ ਪਾਤਸ਼ਾਹ ਦੇ ਹੁਕਮ ਹੀ ਸਮਝੇ ਜਾਣ ਕਿ ਜੋ ਸਰਗੁਣ ਸਰੂਪ, ਨਿਰਗੁਣ ਸਰੂਪ ਜਾਂ ਨਿਰਗੁਣ ਸਰੂਪ ਜਾਂ ਸਰਗੁਣ ਸਰੂਪ, ਇਸ ਸਰੂਪ ਦੇ ਬਿਆਨ ਤੋਂ ਬਾਹਰ ਕੋਈ ਚੀਜ਼ ਨਾ ਵਿਚਾਰੀ ਜਾਏ ਤੇ ਕੋਈ ਵੀ ਪ੍ਰਮਾਣ ਇਸ ਨਿਰਗੁਣ ਸਰਗੁਣ ਸਰੂਪ ਦੇ ਮੂਲ ਮੰਤਰ ਤੋਂ ਬਾਹਰ ਨਹੀਂ ਹੈ। ਇਸ ਤੋਂ ਅਲੱਗ ਸੋਚਣਾ ਅਤੇ ਵਿਚਾਰਨਾ ਵੀ ਮਨੁੱਖ ਲਈ ਜਿਹੜਾ ਹੈ ਇਜਾਜ਼ਤ ਨਹੀਂ ਹੈ। ਜੋ ਵੀ ਵਿਚਾਰਨਾ ਚਾਹੇ, ਜੋ ਵੀ ਲਿਖਣਾ ਚਾਹੇ, ਜੋ ਵੀ ਟੀਕਾ ਕਰਨਾ ਚਾਹੇ। ਇਸ ਕਰਕੇ ਮੈਂ ਇਹ ਸਮਝਦਾ ਕਿ ਹਰ ਜਗ੍ਹਾ ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਜਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੇ ਤੌਰ ਤੇ ਇਸ ਨੂੰ ਵਰਤਿਆ ਗਿਆ ਔਰ ਸਾਨੂੰ ਪੂਰੀ ਤਰ੍ਹਾਂ ਹਿਦਾਇਤ ਦਿੱਤੀ ਗਈ ਕਿ ਮੂਲ ਮੰਤਰ ਤੋਂ ਵੱਖਰਾ ਬਾਣੀ ਨੂੰ ਨਹੀਂ ਵਿਚਾਰਨਾ। ਜੇ ਰੱਬ ਜੀ ਦੇ ਸਰੂਪ ਨੂੰ ਧਿਆਨ ਵਿੱਚ ਰੱਖਣਾ ਹੈ ਤੇ ਉਹ ਬਾਣੀ ਦੀ ਵਿਚਾਰ ਨੂੰ ਮੂਲ ਮੰਤਰ ਦੇ ਆਧਾਰ ਤੇ ਹੀ ਬਣਾ ਕੇ ਰੱਖੀ ਜਾਏ। ਹੁਣ ਕਿਤਨੀ ਕਮਾਲ ਦੀ ਗੱਲ ਹੈ, ਅਸੀਂ ਸ਼ਬਦ ਜਿਹੜਾ ਹੈ ਇੱਕ ਓੰਕਾਰ ਵੱਖੋ ਵੱਖਰਾ ਪੜ੍ਹਦੇ ਹਾਂ, ਲੇਕਿਨ ਅਰਥ ਦੇ ਤੌਰ ਤੇ ਇਹ ਇਕੱਠਾ ਪੜ੍ਹਦੇ ਹਾਂ। ਅਸੀਂ ਇੱਕ ਓੰਕਾਰ ਇਕੱਠਾ ਪੜ੍ਹਦੇ ਹਾਂ, ਲੇਕਿਨ ਵਿਚਾਰ ਲਈ ਇਹ ਵੱਖੋ ਵੱਖਰਾ ਹੈ। ਇੱਕ ਵੱਖਰਾ ਹੈ, ਓੰਕਾਰ ਵੱਖਰਾ ਹੈ। ਹੁਣ ਇੱਕ ਈੜੀ ਨੂੰ ਸਿਹਾਰੀ ਦੇ ਕੇ ਕੱਕਾ ਲਿਖ ਕੇ ਵੀ ਲਿਖਿਆ ਜਾ ਸਕਦਾ ਸੀ, ਲੇਕਿਨ ਸਤਿਗੁਰ ਨੇ ਅੰਕ ਵਿਦਿਆ ਰਾਹੀਂ ਸਾਡੇ ਹਿਰਦੇ ਵਿੱਚ ਇਹ ਵਸਾਇਆ ਕਿ ਰੱਬ ਜੀ ਇੱਕ ਹੀ ਹਨ। ਉਹ ਨਾ ਤੇ ਤਿੰਨ ਹਨ, ਜਿਸ ਤਰ੍ਹਾਂ ਕਿ ਅਨਮਤੀ ਵਿਚਾਰਧਾਰਾ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਇੱਕ ਜਨਮ ਦੇਣ ਵਾਲਾ ਹੈ, ਇੱਕ ਪਾਲਣ ਵਾਲਾ ਹੈ, ਇੱਕ ਮੌਤ ਦੇਣ ਵਾਲਾ ਹੈ। ਇਸ ਵਿਚਾਰਧਾਰਾ ਦਾ ਸੰਬੰਧ ਗੁਰਮਤਿ ਵਿਚਾਰਧਾਰਾ ਨਾਲ ਬਿਲਕੁਲ ਨਹੀਂ ਹੈ। ਕਿਸੇ ਹੋਰ ਲਈ ਹੋ ਸਕਦਾ ਹੈ, ਉਹਨਾਂ ਲਈ ਉਹ ਸਤਿਕਾਰਯੋਗ ਹੈ, ਲੇਕਿਨ ਗੁਰਮਤਿ ਵਿੱਚ, ਗੁਰੂ ਨਾਨਕ ਦੀ ਵਿਚਾਰਧਾਰਾ ਵਿੱਚ ਇਸ ਦਾ ਕੋਈ ਵੀ ਅਸਥਾਨ ਨਹੀਂ ਹੈ। ਤੇ ਜਪ ਬਾਣੀ 'ਚ ਇਸ ਨੂੰ ਵਿਚਾਰ ਦਿੱਤਾ ਗਿਆ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਰਿੰਜਨ ਸੋਏ। ਇਸ ਨੂੰ ਸੰਪੂਰਨ ਤੌਰ ਤੇ ਸਮਝਾਉਣ ਲਈ ਸਤਿਗੁਰੂ ਪਾਤਸ਼ਾਹ ਨੇ ਇੱਕ ਅੰਕ ਨੂੰ ਵਰਤਿਆ, ਜਿਸ ਦੇ ਨਾਲ ਹਰ ਇੱਕ ਮਾਨਵ, ਹਰ ਇੱਕ ਮਨੁੱਖ ਇਹ ਸਮਝ ਸਕੇ ਕਿ ਗੁਰੂ ਨਾਨਕ ਉਸ ਮਹਾਨ ਵਿਚਾਰਧਾਰਾ ਨੂੰ ਮਨੁੱਖਤਾ ਦੇ ਸਾਹਮਣੇ ਲਿਆਉਣਾ ਚਾਹੁੰਦੇ ਨੇ, ਜਿਸ ਤੋਂ ਟੁੱਟ ਕੇ ਮਨੁੱਖ ਇਤਨਾ ਲੀਰੋ ਲੀਰ ਹੋਇਆ, ਇਤਨਾ ਆਪਣੇ ਆਪ ਨੂੰ ਵਿਚਾਰਧਾਰਕ ਤੇ ਨੀਵਾਂ ਲੈ ਗਿਆ ਕਿ ਮਨੁੱਖ ਹੀ ਮਨੁੱਖ ਤੇ ਜ਼ੁਲਮ ਕਰਨ ਲੱਗਾ। ਇਸ ਸਾਰੀ ਚੀਜ਼ ਤੇ ਬੰਦਸ਼, ਜਾਤ ਪਾਤ ਦੀ ਇਸ ਬੰਧਨਾਂ ਨੂੰ, ਊਚ ਨੀਚ, ਅਮੀਰੀ ਗਰੀਬੀ, ਦੇਸ਼ਾਂ ਦੇ ਇਸ ਸਾਰੇ ਦੇਸ਼ਾਂਤਰਾਂ ਦੇ ਬੰਧਨਾਂ ਨੂੰ, ਸਾਰਿਆਂ ਨੂੰ ਖਤਮ ਕਰਕੇ ਇੱਕ ਹੀ ਵਿਚਾਰਧਾਰਾ ਦੇ ਨਾਲ ਜੋੜ ਦਿੱਤਾ ਔਰ ਇਹ ਸਮਝਾ ਦਿੱਤਾ, ਇਸ ਇੱਕ ਤੋਂ ਹੀ ਸਾਰੇ ਬ੍ਰਹਮੰਡ ਦੀ ਰਚਨਾ ਹੈ। ਇਸ ਇੱਕ ਦੇ ਬਿਨਾ ਕਿਸੇ ਦੀ ਵੀ ਕਲਪਨਾ ਕੀਤੀ ਨਹੀਂ ਜਾ ਸਕਦੀ।